Okay, I'm sorry for distraction. Okay, let me start next. Now we start a C paragraph. Okay, what we see in C paragraph: the trouble comes when Morius shows the volunteers and amazed. Trouble come, कोई मुसीबत की गल हो रही है, बट इस मीनस दिस मुसीबत कुछ भी। ओके, कहते कोई मुसीबत आई जो मॉरियस शो वलंटरीज एंड अमेज, जो वलंटरीज की अमेज की तरह वो शो हुई, एंड दैन उस तो बाद फिर almost immediately plays them a sound. Now they are flimdixes. If you show an image and play a sound at same time, one task is postponed, he says. Okay, ਤਾਂ ਉਹਨੇ ਕੀ ਕਿਹਾ, ਕਹਿੰਦੇ ਜੇ ਤੁਸੀਂ ਅਮੇਜ਼ ਵੀ ਸ਼ੋ ਕਰ ਰਹੇ ਹੋ, ਓਕੇ, ਐਂਡ ਸਾਊਂਡ ਵੀ ਪਲੇ ਕਰ ਰਹੇ ਹੋ ਸੇਮ ਟਾਈਮ ਦੇ ਉੱਪਰ, ਤਾਂ ਟਾਸਕ ਕੀ ਹੋ ਜਾਊਗਾ, ਕਹਿੰਦੇ ਪੋਸਟਪੋਨ ਹੋ ਜਾਊਗਾ। ਇਨਫੈਕਟ ਕਹਿੰਦੇ ਜੇ ਸੈਕਿੰਡ ਟਾਸਕ ਆਪਾਂ ਇੰਟਰੋਡਿਊਸਡ ਵੀ ਕਰਦੇ ਹਾਂ ਹੈ ਨਾ, ਵਿਦਿਨ ਹਾਫ ਸੈਕਿੰਡ ਔਰ ਸੋ ਇਟ ਟੇਕਸ ਪ੍ਰੋਸੈਸ ਐਂਡ ਰੈਕਟ ਦਾ ਫਸਟ, ਤਾਂ ਵੀ ਉਹ ਇੱਕ ਲੰਬਾ ਸਮਾਂ ਲਊਗਾ। ਓਕੇ, ਹੁਣ ਦੇਖੋ ਇੱਥੇ ਵੀ ਤੁਹਾਡੀ ਇੱਕ ਚੀਜ਼ ਹੋਰ ਆ, ਲਾਸਟ ਤੇ ਦੇਖੋ ਦਾ ਲਾਰਜੈਸਟ ਡਿਲ ਟਾਸਕ ਡਿਲੇਜ਼, ਕਹਿੰਦੇ ਲਾਰਜੈਸਟ ਜਿਹੜੇ ਟਾਸਕ ਨੇ ਹੈ ਨਾ ਉਹ ਡਿਲੇ ਹੁੰਦੇ ਆ, ਡਿਲੇ ਅਕਰ ਵੈਨ ਟੂ ਟਾਸਕ ਆਰ ਪ੍ਰੈਜ਼ੈਂਟ, ਜਦੋਂ ਦੋ ਟਾਸਕ ਪ੍ਰੈਜ਼ੈਂਟ ਹੁੰਦੇ ਆ ਸਟਿਮੂਲੇਟਲੀ, ਡਿਲੇਜ਼ ਸ਼ਾਰਟਨ ਐਂਡ ਇੰਟਰਵਲ ਬਿਟਵੀਨ ਪ੍ਰੈਸਿੰਗ। ਹੁਣ ਦੇਖੋ ਉੱਪਰ ਉਹਨਾਂ ਨੇ ਗੱਲ ਕੀਤੀ ਹੈ ਕਿ ਕੋਈ ਮੁਸੀਬਤ ਆ ਰਹੀ ਹੈ ਜਦੋਂ ਮੋਰੀਅਸ ਸ਼ੋ ਕਰਦੇ ਆ ਵਲੰਟਰੀਜ਼ ਅਮੇਜ਼, ਫਿਰ ਆਲਮੋਸਟ ਇਮੀਡੀਏਟਲੀ ਸਾਊਂਡ ਵਗੈਰਾ ਦੀ ਉਹਨਾਂ ਨੇ ਗੱਲ ਕਰਤੀ, ਇੰਨਾ ਟਾਈਮ ਲੱਗੂਗਾ ਹੈ ਨਾ, ਸਾਰੀ ਚੀਜ਼ ਕੀਤੀ ਗਈ ਆ ਉਹਨਾਂ ਨੇ। ਉਸ ਤੋਂ ਬਾਅਦ ਹੀ ਉਹਨਾਂ ਨੇ ਕਹਿਤਾ ਕਿ ਡਿਲੇ ਹੁੰਦਾ, ਠੀਕ ਹੈ, ਦੋ ਟਾਸਕ ਨੂੰ ਜਦੋਂ ਉਹ ਕਰਦੇ ਆ। ਹੁਣ ਦੇਖੋ ਜੇ ਆਪਾਂ ਹੈਡਿੰਗਸ 'ਤੇ ਆਈਏ, ਜੇ ਤਾਂ ਆਪਾਂ 28 ਦੀ ਗੱਲ ਕਰੀਏ ਤਾਂ 28 ਦੇ ਵਿੱਚ ਉਹਨਾਂ ਨੇ ਕਿਹਾ ਥਿਊਰੀ ਐਕਸਪਲੇਨਡ ਡਿਲੇ ਹੈਪਨ ਵਿਦ ਸਿਲੈਕਟਿੰਗ ਵਨ ਰਿਐਕਸ਼ਨ। ਓਕੇ, ਉਹਨਾਂ ਨੇ ਕੀ ਕਿਹਾ, ਇੱਕ ਥਿਊਰੀ ਐਕਸਪਲੇਨ ਕਰਦੀ ਹੈ ਡਿਲੇ, ਇੱਕ ਥਿਊਰੀ ਡਿਲੇ ਦੱਸਦੀ ਹੈ ਕਿ ਜਦੋਂ ਆਪਾਂ ਇੱਕ ਰਿਐਕਸ਼ਨ ਨੂੰ ਸਿਲੈਕਟ ਕਰਦੇ ਹਾਂ। ਓਕੇ, ਹੁਣ ਇਹਨਾਂ ਨੇ ਡਿਲੇ ਦਾ ਦੱਸਿਆ, ਡਿਲੇ ਅਕਰ ਵੈਨ ਟੂ ਟਾਸਕ ਆਰ ਪ੍ਰੈਜ਼ੈਂਟ ਸਟਿਮੂਲੇਟਲੀ, ਇਹਨਾਂ ਨੇ ਕਿਹਾ ਦੋ ਟਾਸਕ ਜਦੋਂ ਲਗਾਤਾਰ ਹੁੰਦੇ ਆ, ਉਹਨਾਂ ਨੇ ਕਿਹਾ ਜਦੋਂ ਆਪਾਂ ਇੱਕ ਸਿਲੈਕਟ ਕਰਦੇ ਹਾਂ, ਬਟ ਇਹ ਕੀ ਕਹਿ ਰਹੇ ਆ, ਦੋਨੋਂ, ਐਂਡ ਸ਼ਾਰਟਨ ਐਜ਼ ਇੰਟਰਵਲ ਬਿਟਵੀਨ ਪ੍ਰੈਜ਼ੈਂਟਿੰਗ ਦਾ ਟਾਸਕ ਲੈਂਥ, ਹੁਣ ਲੈਂਥ ਦੇ ਵਿੱਚ ਉਹਨਾਂ ਨੇ ਟਾਈਮ ਇੰਟਰਵਲ ਦੀ ਵੀ ਗੱਲ ਕਰਤੀ। ਤਾਂ ਹੁਣ ਦੇਖੋ ਇੱਥੇ ਤੁਸੀਂ ਕਨਫਿਊਜ਼ ਹੋਣੇ ਹੋ, ਯੂ ਕੈਨ ਸੇ, ਤੁਸੀਂ ਕਹੋਗੇ ਕਿ ਮੈਮ ਡਿਲੇ ਦੀ ਗੱਲ ਹੋਈ ਆ ਹੈ ਨਾ, ਐਂਡ ਥਿਊਰੀ ਉਹੀ ਹੋਊਗੀ, ਤੁਸੀਂ ਕਹੋਗੇ ਕਿ ਉਹਨਾਂ ਨੇ ਦਿੱਤੀ, ਬਟ ਉਹਨਾਂ ਨੇ ਇਹ ਤਾਂ ਨਹੀਂ ਨਾ ਕਿਹਾ ਕਿ ਜਦੋਂ ਆਪਾਂ ਇੱਕ ਸਿਲੈਕਟ ਕਰਦੇ ਹਾਂ, ਉਹਨਾਂ ਨੇ ਕਿਹਾ ਜਦੋਂ ਦੋਨੋਂ ਸਟਿਮੂਲੇਟਲੀ ਹੁੰਦੇ ਆ। ਓਕੇ, ਐਂਡ ਦੈਨ ਨੈਕਸਟ ਡਿਫਰੈਂਟ ਏਜ ਗਰੁੱਪ ਡੈਫੀਨੇਟਲੀ ਹੋਇਆ ਨਹੀਂ ਗੱਲ, 31 ਆਪਣਾ ਹੋ ਚੁੱਕਿਆ, 32 ਫੇਵਰ ਸਾਈਡਸ ਵਗੈਰਾ ਦੀ ਗੱਲ ਹੀ ਨਹੀਂ, ਬਚਦਾ ਕਿਹੜਾ 30th। ਹੁਣ 30th 'ਚ ਉਹਨਾਂ ਨੇ ਕੀ ਕਿਹਾ, ਕਨਫਲੈਕਟ ਹੈਪਨ ਟਰਬਲ ਕਮਸ। ਓਕੇ, ਕਨਫਲੈਕਟ ਹੈਪਨ ਵੈਨ ਵਿਜ਼ੂਅਲ ਐਂਡ ਆਡੀਓ ਐਲੀਮੈਂਟਸ ਇਮਰਜ, ਜਦੋਂ ਦੋਨੋਂ ਕਹਿੰਦੇ ਇਕੱਠੇ ਹੁੰਦੇ ਆ, ਵਿਜ਼ੂਅਲ ਵੀ ਅਤੇ ਆਡੀਓ ਵੀ, ਵਿਜ਼ੂਅਲ ਐਂਡ ਆਡੀਓ, ਆਡੀਓ ਇਜ਼ ਸਾਊਂਡ ਐਂਡ ਵਿਜ਼ੂਅਲ ਇਜ਼, ਜਿਵੇਂ ਉਹਨਾਂ ਨੇ ਕਿਹਾ ਪਲੇ ਇਮੀਡੀਏਟਲੀ ਪਲੇਸ ਦੈਮ ਆ ਸਾਊਂਡ, ਉਹਨਾਂ ਨੇ ਵੀ ਦੋ ਦੀ ਗੱਲ ਕੀਤੀ ਸੀ, ਅਮੇਜ਼ ਐਂਡ ਸਾਊਂਡ, ਤਾਂ ਆਡੀਓ ਐਂਡ ਵਿਜ਼ੂਅਲ ਦੋਨੇ ਹੋ ਗਏ ਉਹ। ਓਕੇ, ਤਾਂ ਆਨਸਰ ਕੀ ਹੋਊਗਾ ਆਪਣਾ ਇਜ਼ 30th ਕਨਫਲੈਕਟ ਹੈਪਨਡ। ਓਕੇ, ਸੋ ਇਸ ਤਰੀਕੇ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਬਹੁਤ ਸਟੂਡੈਂਟ ਹੋਣਗੇ ਤੁਹਾਡੇ 'ਚੋਂ ਜਿਹੜੇ ਡਿਲੇ ਵਾਲਾ ਲਾਉਣਗੇ, ਤੁਸੀਂ ਸਿਰਫ ਅੱਗੋਂ ਦੇਖੋਗੇ ਕਿ ਡਿਲੇ ਦੀ ਗੱਲ ਹੋਊਗੀ, ਇੱਥੇ ਵੀ ਡਿਲੇ ਦੀ ਗੱਲ ਹੋਊਗੀ, ਬਟ ਇਹ ਵੀ ਦੇਖੋ ਨਾ ਕਿ ਉੱਥੇ ਉਹਨਾਂ ਨੇ ਕਿਹਾ ਇੱਕ ਰਿਐਕਸ਼ਨ ਨੂੰ ਜਦੋਂ ਉਹ ਸਿਲੈਕਟ ਕਰ ਰਹੇ, ਬਟ ਉੱਥੇ ਉਹਨਾਂ ਨੇ ਕਿਤੇ ਵੀ ਨਹੀਂ ਕਿਹਾ, ਉੱਥੇ ਉਹਨਾਂ ਨੇ ਦੋ ਟਾਸਕ ਕਿਹਾ ਜਿਹੜੇ ਸਟਿਮੂਲੇਟਲੀ ਹੋ ਰਹੇ ਆ, ਉਹਨਾਂ ਦੋਨਾਂ ਦੀ ਗੱਲ ਹੋਈ ਸੀ। ਓਕੇ, ਸੋ ਟਰਾਈ ਟੂ ਅੰਡਰਸਟੈਂਡ ਦਾ ਮੀਨਿੰਗ। ਓਕੇ, ਮੂਵ ਟੂ ਨੈਕਸਟ ਡੀ ਪੈਰਾਗ੍ਰਾਫ, ਦੇਖਦੇ ਹਾਂ ਡੀ 'ਚ ਕੋਈ ਗੱਲ ਹੋਈ ਹੈ ਜਾਂ ਨਹੀਂ। ਦੇਖੋ ਡੀ, ਦੇਅਰ ਆਰ ਐਟ ਲੀਸਟ 3 ਪੁਆਇੰਟਸ ਵੀ ਸੀਮਸ ਟੂ ਗੈਟ ਸਟਕ। ਗੈਟ ਸਟਕ ਮਤਲਬ ਜਿੱਥੇ ਆਪਾਂ ਰੁਕ ਜਾਂਦੇ ਹਾਂ, ਯੂ ਕੈਨ ਆਲਸੋ ਸੇ ਲਿਮੀਟੇਸ਼ਨਸ, ਇਹਨਾਂ ਨੂੰ ਆਪਾਂ ਲਿਮੀਟੇਸ਼ਨਸ ਵੀ ਕਹਿ ਸਕਦੇ ਹਾਂ। ਕਹਿੰਦੇ 3 ਲਿਮੀਟੇਸ਼ਨਸ ਨੇ ਜਿਹਦੇ ਉੱਪਰ ਆਪਾਂ ਸਟਕ ਕਰਦੇ ਹਾਂ। ਫਸਟ ਹੈਗੀ ਆ ਵਟ ਵੀ ਆਰ ਲੁਕਿੰਗ, ਆਪਾਂ ਕੀ ਦੇਖਦੇ ਹਾਂ, ਦਿਸ ਕੈਨ ਥਿਊ 10th of second ਡੂਇੰਗ ਵਿਚ ਟਾਈਮ ਇਜ਼ ਨਾਟ ਏਬਲ ਟੂ ਰਿਕੋਗਨਾਈਜ਼ ਦਾ ਸੈਕਿੰਡ ਐਂਡ ਲਿਮੀਟੇਸ਼ਨ। ਦੇਖੋ ਇਹਦੇ ਵਿੱਚ ਗੱਲ ਕਿਹਦੀ ਹੋ ਰਹੀ ਹੈ, ਜਸਟ ਲਿਮੀਟੇਸ਼ਨਸ ਦੀ, ਲਿਮੀਟੇਸ਼ਨਸ ਬਾਰੇ ਗੱਲ ਕਰ ਰਹੇ ਆ ਉਹ ਕਿ ਕਿਹੜੀ ਲਿਮੀਟੇਸ਼ਨਸ ਦਾ ਕੀ ਇਫੈਕਟ ਹੈ ਜਾਂ ਕੀ ਇਫੈਕਟ ਪੈ ਸਕਦਾ। ਓਕੇ, ਉਹਨਾਂ ਨੇ ਲਿਮੀਟੇਸ਼ਨਸ ਦੀ ਗੱਲ ਕੀਤੀ ਉਹਦੇ ਵਿੱਚ, ਅਤੇ ਆਈ ਥਿੰਕ ਆਪਾਂ ਇੱਥੇ ਕਿਤੇ ਵੀ ਲਿਮੀਟੇਸ਼ਨਸ ਦੇ ਬਾਰੇ ਕੁਛ ਵੀ ਨਹੀਂ ਪੜ੍ਹਿਆ। ਸੋ ਥਿਊਰੀ ਹੋਈ, ਡਿਲੇ ਦੀ ਨਹੀਂ ਗੱਲ ਹੋਈ, ਏਜ ਗਰੁੱਪ ਦੀ ਗੱਲ ਨਹੀਂ ਹੋਈ, ਕਨਫਲੈਕਟ ਵਾਲਾ ਹੋ ਗਿਆ, ਐਕਸਪੈਰੀਮੈਂਟ ਹੋ ਗਿਆ, ਫੇਵਰਸ ਸਾਈਡਸ ਵਗੈਰਾ ਦੀ ਗੱਲ ਹੀ ਨਹੀਂ ਹੋਈ, ਸੋ ਇਟਸ ਕੈਂਸਲ। ਓਕੇ, ਇਹ ਹੋ ਗਈ ਨਹੀਂ ਆਨਸਰ। ਦੈਨ ਮੂਵ ਟੂ ਈ ਪੈਰਾਗ੍ਰਾਫ, ਇਹਦੇ ਵਿੱਚ ਉਹਨਾਂ ਨੇ ਕੀ ਕਿਹਾ, ਸੈਕਿੰਡ ਲਿਮੀਟੇਸ਼ਨਸ ਇਜ਼ ਆਰ ਸ਼ਾਰਟ ਟਰਮ ਵਿਜ਼ੂਅਲ ਮੈਮਰੀ, ਐਸਟੀਮੇਟਡ ਇਟਸ ਐਸਟੀਮੇਟਡ ਦਾਈਟ ਵੀ ਕੈਨ ਕੀਪ ਟਰੈਕ ਆਫ ਅਬਾਊਟ 4 ਆਈਟਮਸ ਐਂਡ ਫਿਊਰ ਆਰ ਕੰਪਲੈਕਸ। ਦੇਖੋ ਇਹਦੇ ਵਿੱਚ ਕਪੈਸਿਟੀ ਦੀ ਗੱਲ ਹੋ ਰਹੀ ਹੈ, ਠੀਕ ਹੈ, ਐਂਡ ਜੇ ਤੁਸੀਂ ਲਾਸਟ ਲਾਈਨਸ ਦੇਖੋ, ਵਾਟ ਅਸੈਂਸ਼ੀਅਲ ਲਿਮਿਟਿੰਗ ਫੈਕਟਰ ਰੀਅਲੀ ਡਜ਼ ਕਮ ਟੂ, ਇੱਥੇ ਵੀ ਕੀਤੀ ਕੋਈ ਏਜ ਗਰੁੱਪ ਦੀ ਗੱਲ ਨਹੀਂ, ਕੁਛ ਵੀ ਨਹੀਂ, ਇਟਸ ਨਾਟ ਗਿਵਨ। ਓਕੇ, ਇਨ ਥਰਡ, ਮੂਵ ਟੂ ਥਰਡ ਲਿਮਿਟੇਸ਼ਨ,
ਹੁਣ ਥਰਡ ਲਿਮਿਟੇਸ਼ਨ 'ਚ ਉਹਨਾਂ ਨੇ ਕਿਹਾ, ਅ ਥਰਡ ਲਿਮਿਟੇਸ਼ਨ ਇਜ਼ ਦੈਟ ਚੂਜ਼ਿੰਗ ਅ ਰਿਸਪੌਂਸ ਟੂ ਸਟਿਮੂਲੇਟ ਬ੍ਰੇਕਿੰਗ ਵੈਨ ਯੂ ਸੀ ਅ ਚਾਈਲਡ ਇਨ ਦਾ ਰੋਡ। ਕਹਿੰਦੇ ਥਰਡ ਲਿਮਿਟੇਸ਼ਨ ਦੇ ਵਿੱਚ ਇੱਕ ਰਿਸਪੌਂਸ ਦੀ ਗੱਲ ਕਰ ਰਹੇ ਆ ਉਹ ਚੂਜ਼ ਕਰਨ ਦੀ, ਬ੍ਰੇਕਿੰਗ ਵੈਨ ਯੂ ਸੀ ਕਹਿੰਦੇ ਤੁਸੀਂ ਬ੍ਰੇਕ ਲਾਓਗੇ ਜਦੋਂ ਤੁਸੀਂ ਕਿਸੇ ਬੱਚੇ ਨੂੰ ਦੇਖੋਗੇ ਰੋਡ ਦੇ ਉੱਪਰ। ਫੋਰ ਇੰਸਟਾਂਸ, ਫੋਰ ਐਗਜ਼ਾਮਪਲ ਕਹਿੰਦੇ, ਦੇਖੋ ਧਿਆਨ ਨਾਲ ਸੁਣੋ, ਫੋਰ ਐਗਜ਼ਾਮਪਲ on replying when your mother tells you over the phone that she is thinking of leaving your dad, also take brain power. Selecting response to one of these things will delay by some tenths of second your ability to respond to other. This is called the response selection bottleneck theory, first proposed in 1952. आ गया अपना आंसर इज थ्योरी। ओके, उन्होंने क्या ना थ्योरी। ਹੁਣ ਉਹਨਾਂ ਨੇ ਕੀ ਕਿਹਾ, ਕਹਿੰਦੇ ਥਰਡ ਲਿਮਿਟੇਸ਼ਨ, ਕਹਿੰਦੇ ਤੁਸੀਂ ਬ੍ਰੇਕ ਲਾਉਂਦੇ ਹੋ, ਬ੍ਰੇਕਿੰਗ ਜਦੋਂ ਤੁਸੀਂ ਕਿਸੇ ਬੱਚੇ ਨੂੰ ਰੋਡ ਦੇ ਉੱਪਰ ਦੇਖਦੇ ਹੋ। ਫੋਰ ਐਗਜ਼ਾਮਪਲ ਕਹਿੰਦੇ, ਔਰ ਰਿਪਲਾਈ ਵੈਨ ਯੂਅਰ ਮਦਰ ਟੈਲਸ ਯੂ ਓਵਰ ਦਾ ਫੋਨ ਸ਼ੀ ਥਿੰਕਿੰਗ ਆਫ ਲੀਵਿੰਗ ਯੂਅਰ ਡੈਡ ਆਲਸੋ ਟੇਕਸ ਬ੍ਰੇਨ ਪਾਵਰ। ਸਿਲੈਕਟਿੰਗ ਆ ਰਿਸਪੌਂਸ ਵਨ ਆਫ ਦੀਜ਼ ਥਿੰਗਸ ਵਿਲ delay by 10th of the seconds. Okay, choose a one reaction here. You can clearly understood there, ਟਰਾਈ ਟੂ ਅੰਡਰਸਟੂਡ ਦੇਅਰ ਕਿ ਉਹਨਾਂ ਨੇ ਕਿਹਾ ਦੋ ਸਿਚੁਏਸ਼ਨਸ ਉਹਨਾਂ ਨੇ ਤੁਹਾਨੂੰ ਦੇਤੀਆਂ, ਵੈਨ ਯੂਅਰ ਮਦਰ ਟੈਲਸ ਯੂ ਓਵਰ ਦਾ ਫੋਨ ਐਂਡ ਬ੍ਰੇਕਿੰਗ ਵੈਨ ਯੂ ਸੀ ਅ ਚਾਈਲਡ ਔਨ ਦਾ ਰੋਡ ਐਂਡ ਯੂ ਸਿਲੈਕਟ ਆ ਰਿਸਪੌਂਸ ਵਨ ਆਫ ਦੀਜ਼ ਥਿੰਗਸ। ਜਦੋਂ ਤੁਸੀਂ ਕਹਿੰਦੇ ਇਹਨਾਂ 'ਚੋਂ ਇੱਕ ਰਿਸਪੌਂਸ ਨੂੰ ਚੂਜ਼ ਕਰ ਰਹੇ ਹੋ, ਯੂ ਕੈਨ ਚੂਜ਼ ਵਨ ਰਿਐਕਸ਼ਨ। ਓਕੇ, ਯੂ ਕੈਨ ਚੂਜ਼ ਵਨ ਰਿਐਕਸ਼ਨ ਐਂਡ ਵਿਲ ਡਿਲੇ ਬਾਈ ਸਮ ਟੈਂਸ ਆਫ ਦਾ ਸੈਕਿੰਡ ਆਫ ਯੂਅਰ ਅਬਿਲਿਟੀ ਐਂਡ ਇਜ਼ ਕਾਲਡ ਥਿਊਰੀ। ਤਾਂ ਬਿਲਕੁਲ ਕਲੀਅਰ ਦਿਖ ਰਿਹਾ ਹੈ ਥਿਊਰੀ ਐਂਡ ਵੈਨ selecting one reaction. Okay, I hope you understand this clearly. So please, if you like the this video, so please like the video and subscribe our channel and support us. Okay, next is we just have two headings 29 ਐਂਡ 32। ਹੁਣ ਆਪਾਂ ਨੂੰ ਕੀ ਚਾਹੀਦਾ, ਏਜ ਗਰੁੱਪਸ ਚਾਹੀਦੇ ਆ ਐਂਡ ਕੁਝ ਕੁ ਵਿਊ ਪੁਆਇੰਟ ਫੇਵਰ ਦੇ ਵਿੱਚ ਚਾਹੀਦੇ ਆ ਓਪਟਿਮਿਸਟਿਕ ਸਾਈਡ ਆਫ ਮਲਟੀਟਾਸਕ ਪਰਫਾਰਮੈਂਸ ਦੇ ਵਿੱਚ। ਓਕੇ ਦੈਨ ਮੂਵ ਟੂ ਨੈਕਸਟ ਪੈਰਾਗ੍ਰਾਫ ਜੀ ਪੈਰਾਗ੍ਰਾਫ 'ਚ ਦੇਖਦੇ ਹਾਂ ਉਹਨਾਂ ਨੇ ਕੀ ਗੱਲ ਕੀਤੀ ਹੈ। ਬਟ ਡੇਵਿਡ ਮੈਂ ਸਾਈਕੋਲੋਜਿਸਟ ਐਟ ਯੂਨੀਵਰਸਿਟੀ ਆਫ ਦਿਸ ਡਜ਼ ਨਾਟ ਵਾਈ ਦਾ ਬੋਟਲਨੈਕ ਆਈਡੀਆ। ਉਹਨੇ ਕਹਿੰਦੇ ਬੋਟਲਨੈਕ ਆਈਡੀਆ ਨੂੰ ਵਾਈ ਨਹੀਂ ਕੀਤਾ। ਹੀ ਥਿੰਕਸ, ਉਹ ਸੋਚਦਾ ਹੈ ਡਲ ਟਾਸਕ ਇੰਟਰਫੇਅਰਨੈਸ ਇਜ਼ ਜਸਟ ਐਵੀਡੈਂਸ। ਉਹ ਕਹਿੰਦਾ ਸਿਰਫ ਇਹ ਇੱਕ ਐਵੀਡੈਂਸ ਹੈ ਜਿਹੜਾ ਬ੍ਰੇਨ ਦੇ ਪ੍ਰਾਇਓਰੀਟਾਈਜ਼ ਮਲਟੀਪਲ ਐਕਟੀਵਿਟੀਜ਼ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਐਂਡ ਮਾਇਰ ਇਜ਼ ਨੋ ਸਮਥਿੰਗ ਆਫ ਐਨ ਓਪਟਿਮਿਸਟਿਕ ਵਾਈ ਹਿਜ਼ ਪੀਅਰਸ। ਉਹ ਕਹਿੰਦਾ ਕੁਝ ਕੁ ਨਾ ਮਾਇਰ ਇਜ਼ ਨੋਨ ਐਜ਼ ਸਮਥਿੰਗ ਓਪਟਿਮਿਸਟਿਕ ਜਾਂ ਕੁਝ ਚਾਹੁੰਦਾ ਸੀ ਆਪਦੇ ਪੀਅਰਸ ਤੋਂ। ਐਂਡ ਹੀ ਹੈਜ਼ ਰਿਟਨ ਪੇਪਰ ਵਿਦ ਟਾਈਟਲ, ਤਾਂ ਉਹਨੇ ਇੱਕ ਪੇਪਰ ਵੀ ਲਿਖਿਆ ਸੀ ਦਿਸ ਟਾਈਟਲ ਦੇ ਨਾਲ। ਠੀਕ ਹੈ, ਹੁਣ ਦੇਖੋ ਉਹਨਾਂ ਨੇ ਇੱਥੇ ਕੀ ਕਿਹਾ, ਉਹਨਾਂ ਨੇ ਕਿਹਾ ਕਿ ਮੈਰਾ ਜਿਹੜਾ ਹੈ ਨਾ ਉਹ ਨਹੀਂ ਚਾਹੁੰਦਾ ਸੀ, ਉਹ ਥੋੜ੍ਹੇ ਜਿਹੇ ਓਪਟਿਮਿਸਟਿਕ ਪੁਆਇੰਟਸ ਚਾਹੁੰਦਾ ਸੀ ਆਪਦੇ ਪੀਅਰਸ ਤੋਂ। ਠੀਕ ਹੈ, ਤਾਂ ਆਪਣੇ ਕੋਲ ਦੋ ਹੀ ਹੈਡਿੰਗਸ ਬੱਚੇ, ਏਜ ਗਰੁੱਪ ਡੈਫੀਨੇਟਲੀ ਮੈਟਰ ਨਹੀਂ ਕਰ ਰਿਹਾ। ਤਾਂ ਓਪਟਿਮਿਸਟਿਕ ਨੂੰ ਆਪਾਂ ਥੋੜ੍ਹਾ ਦੇਖ ਲੈਂਦੇ ਹਾਂ। ਆ ਵਿਊ ਪੁਆਇੰਟ ਫੇਵਰਸ ਓਪਟਿਮਿਸਟਿਕ ਸਾਈਡ ਆਫ ਮਲਟੀਟਾਸਕ ਪਰਫਾਰਮੈਂਸ। ਬਿਲਕੁਲ ਫੇਵਰਸ ਦੇ ਵਿੱਚ ਕਿਹਾ ਉਹਨਾਂ ਨੇ ਕਿਹਾ ਉਹ ਚਾਹੁੰਦਾ, ਉਹਨੂੰ ਪਤਾ ਹੈ ਆਹ ਚੀਜ਼ ਕੀ ਹੋਣੀ ਚਾਹੀਦੀ ਹੈ ਉਹਨਾਂ ਦੇ ਫੇਵਰ ਦੇ ਵਿੱਚ। ਆਂਸਰ ਇਜ਼ ਜੀ। ਓਕੇ, ਵੀ ਹੈਵ ਓਨਲੀ ਵਨ ਇਜ਼ ਲੈਫਟ 29। ਤਾਂ ਹੁਣ ਜਿਹਦੇ ਵਿੱਚ ਤੁਹਾਨੂੰ ਏਜ ਗਰੁੱਪ ਮਿਲ ਰਿਹਾ, ਯੂ ਜਸਟ ਰੀਡ ਇਟ ਐਂਡ ਮਾਰਕ ਇਟ। ਓਕੇ, ਆਪਣੇ ਕੋਲੇ ਪੈਰਾਗ੍ਰਾਫ ਬੱਚੇ ਆ ਐਚ, ਦੇਖਦੇ ਹਾਂ ਐਚ ਦੇ ਵਿੱਚ ਗੱਲ ਹੋਈ ਹੈ ਜਾਂ ਨਹੀਂ। ਤੁਸੀਂ ਫਾਸਟਲੀ ਉਹਨੂੰ ਰੀਡ ਕਰ ਸਕਦੇ ਹੋ, ਕਿਤੇ ਵੀ ਉਹਦੇ ਵਿੱਚ ਐਚ ਦੀ ਗੱਲ ਵਿੱਚ ਐਚ ਦੇ ਵਿੱਚ ਏਜ ਗਰੁੱਪ ਦੀ ਗੱਲ ਨਹੀਂ ਹੋਈ, ਯੂ ਕੈਨ ਜਸਟ ਮਾਰਕ ਇਟ। ਓਕੇ, ਆਪਣੇ ਕੋਲ ਕੁਐਸਚਨ ਹੈ ਡਿਫਰੈਂਟ ਏਜ ਗਰੁੱਪ ਰਿਸਪੌਂਸ ਅਕੋਰਡਿੰਗ ਟੂ ਰਿਸਪੌਂਸ ਟੂ ਇੰਪੋਰਟੈਂਟ ਥਿੰਗਸ ਡਿਫਰੈਂਟਲੀ। ਹੁਣ ਦੇਖੋ ਆਈ ਦੇ ਵਿੱਚ ਦੇਖਦੇ ਹਾਂ ਆਪਾਂ, ਆਪਣੇ ਕੋਲ ਬਿਲਕੁਲ ਗੱਲ ਆ ਗਈ ਏਜ ਗਰੁੱਪ ਦੀ। ਹੂ ਸਟੱਡੀਜ਼ ਹਾਊ ਜ਼ੀਨੀ ਇਫੈਕਟ ਆਰ ਕੈਗਨੈਟਿਵ ਅਬਿਲਿਟੀਜ਼। ਆਪਣੀਆਂ ਬੌਧਿਕ ਜਿਹੜੀਆਂ ਅਬਿਲਿਟੀਜ਼ ਨੇ ਉਹਨਾਂ ਨੂੰ ਏਜ ਕਿਵੇਂ ਇਫੈਕਟ ਕਰਦੀ। ਇਹਨਾਂ ਨੇ ਇਹ ਕਿਹਾ ਵੀ ਪੀਕ ਇਨ ਆਰ 20s, ਜਦੋਂ ਆਪਾਂ ਆਪਣੀ 20 ਏਜ ਦੇ ਵਿੱਚ ਆ। ਡਿਕਲਾਈਨ ਇਜ਼ ਸ਼ੋ ਥਰੂ, ਤਾਂ ਡਿਫਰੈਂਟ ਦਿੱਤੇ ਆ, 20 ਦੇ ਵਿੱਚ ਆ ਹੋਣਗੇ, 30 ਦੇ ਵਿੱਚ ਆ ਹੋਣਗੇ, 50 ਦੇ ਵਿੱਚ ਆ ਹੋਣਗੇ, ਆਫਟਰ 55 ਆ ਹੋਣਗੇ। ਤਾਂ ਬਿਲਕੁਲ ਕਲੀਅਰ ਆਨਸਰ ਪਿਆ ਇੱਥੇ ਇਸ। ठीक है, you mark it, it's I. So I think these are the paragraphs. I hope you understand how we find answers. ठीक है, which paragraph containing following information, we find 5 answers and we have 10 paragraphs. Okay, and I hope this technique
is matter for you. Whenever you find a answer, try to use this method, okay? ਇਸ ਮੈਥਡ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਨਸਰਸ ਨੂੰ ਫਾਈਂਡ ਕਰੋ, ਠੀਕ ਹੈ? ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।